ਲੜੀਵਾਰ ਕਥਾ ਰਾਗ ਧਨਾਸਰੀ ਵਿੱਚ 683 ਅੰਗ ਤੇ ਪਹੁੰਚੀ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਵਿੱਤਰ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾ। ਘਰ ਬਾਰਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਸ਼ਬਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਘਰ 12ਵੇਂ ਵਿੱਚ ਇਸ ਪਵਿੱਤਰ ਅੰਮ੍ਰਿਤ ਬਚਨ ਨੂੰ ਉਚਾਰਨ ਕਰਨਾ, ਗਾਇਨ ਕਰਨਾ। ਵਾਹਿਗੁਰੂ ਇੱਕ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਤੇ ਸਰਬ ਦਾ ਪ੍ਰਕਾਸ਼ਕ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਇਸ ਨਿਰੰਕਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਵੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਬੰਦਨਾ ਹੈ ਉਸ ਹਰੀ ਨੂੰ, ਬੰਦਨਾ ਹੈ, ਬਾਰ-ਬਾਰ ਬੰਦਨਾ ਹੈ। ਬੰਦਨਾ ਦਾ ਮਤਲਬ ਨਮਸਕਾਰ ਹੈ। ਨਮਸਕਾਰ। ਬੰਦਨਾ ਹਰ ਬੰਦਨਾ, ਹਰੀ ਨੂੰ ਸਾਡੀ ਬੰਦਨਾ ਹੈ, ਹਰੀ ਨੂੰ ਸਾਡੀ ਨਮਸਕਾਰ ਹੈ, ਹਰੀ ਨੂੰ ਸਾਡੀ ਪ੍ਰਣਾਮ ਹੈ। ਇੱਕ ਵਾਰ ਨਹੀਂ, ਬਾਰ-ਬਾਰ। ਬੰਦਨਾ ਹਰ ਬੰਦਨਾ। ਇੱਥੇ ਵੀ ਕਈ ਵਾਰੀ ਦੱਦੇ ਦੀ ਥਾਂ ਤੇ ਤੱਦਾ ਹੀ ਪੜ ਜਾਈਦਾ ਹੈ। ਬੰਧਨਾ ਹਰ ਬੰਦਨਾ, ਉਹਦਾ ਇਦਾਂ ਪੜ ਜਾਂਦੇ ਆ ਕਈ। ਉਦੋਂ ਅਰਥ ਹੋ ਜਾਏਗਾ ਬੰਧਨ, ਤੇ ਜੇ ਦੱਦੇ ਨਾਲ ਜਿਵੇਂ ਪਾਤਸ਼ਾਹ ਲਿਖਿਆ ਇਦਾਂ ਪੜਾਂਗੇ ਤੇ ਫਿਰ ਅਰਥ ਹੋਵੇਗਾ ਨਮਸਕਾਰ। ਕਿੰਨਾ ਫਰਕ ਹੈ। ਬੰਦਨਾ ਹਰ ਬੰਦਨਾ, ਪੋਲਾ ਬੋਲਣਾ। ਹਰੀ ਨੂੰ ਸਾਡੀ ਬੰਦਨਾ ਹੈ, ਨਮਸਕਾਰ ਹੈ। ਗੁਣ ਗਾਵੋ ਗੋਪਾਲ ਰਾਏ। ਇਹ ਭਾਈ ਗੁਣ ਗਾਓ। ਕਿਸ ਦੇ ਗੁਣ ਗਾਓ? ਗੋਪਾਲ ਰਾਜੇ ਦੇ ਗੁਣ ਗਾਓ, ਜਿਹੜਾ ਸਾਰੇ ਜੀਵਾਂ ਨੂੰ ਪਾਲਣ ਵਾਲਾ ਗੋਪਾਲ ਹੈ। ਰਾਏ ਨਾਮ ਹੁੰਦਾ ਰਾਜੇ ਦਾ, ਜਿਹੜਾ ਸਾਰੇ ਜਗਤ ਦਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ। ਤੁਮ ਹੋ ਸਭ ਰਾਜਨ ਕੇ ਰਾਜਾ, ਤੁਮ ਹੋ ਸਭ ਰਾਜਨ ਕੇ ਰਾਜਾ। ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ। ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ, ਆਪੇ ਆਪ ਗਰੀਬ ਨਿਵਾਜਾ। ਮਹਾਰਾਜ ਤੁਸੀਂ ਰਾਜਿਆਂ ਦੇ ਰਾਜੇ ਹੋ, ਐਸੇ ਰਾਜੇ ਦੇ ਗੁਣ ਗਾਓ। ਰਹਾਉ ਵੱਡਾ ਭਾਗ ਭੇਟੇ ਗੁਰਦੇਵਾ। ਵੱਡਿਆਂ ਭਾਗਾਂ ਕਰਕੇ ਗੁਰਦੇਵ ਦਾ ਮੇਲ ਹੁੰਦਾ ਹੈ। ਵੱਡਾ ਭਾਗ ਵੱਡਿਆਂ ਭਾਗਾਂ ਕਰਕੇ ਭੇਟੇ ਗੁਰਦੇਵਾ। ਗੁਰਦੇਵ ਦਾ ਭੇਟੇ ਦਾ ਮਤਲਬ ਹੁੰਦਾ ਮੇਲ ਹੁੰਦਾ, ਮਿਲਾਪ ਹੁੰਦਾ, ਜਦੋਂ ਵੱਡੇ ਭਾਗ ਜਾਗਦੇ ਹਨ। ਕੋਟ ਪਰਾਧ ਮਿਟੇ ਹਰ ਸੇਵਾ। ਹਰੀ ਦੀ ਸੇਵਾ ਕੀਤਿਆਂ ਕਰੋੜਾਂ ਹੀ ਪਾਪ ਮਿਟ ਜਾਂਦੇ ਨੇ। ਕਰੋੜਾਂ ਪਾਪ।
ਏਕ ਨਿਮਖ, ਇੱਕ ਨਿਮਖ ਮਾਤਰ ਵੀ ਜਿਹੜੇ ਹਰੀ ਦੇ ਗੁਣ ਗਾਉਂਦੇ ਆ, ਹਰੀ ਦੇ ਨਾਮ ਦੀ ਆਰਾਧਨਾ ਕਰਦੇ ਆ, ਕਰੋੜਾਂ ਹੀ ਪਾਪ ਮਿਟ ਜਾਂਦੇ। ਕਰੋੜਾਂ ਪਾਪਾਂ ਦੇ ਦਗਧ ਕਰਨ ਵਾਲਾ, ਨਾਸ਼ ਕਰਨ ਵਾਲਾ ਹਰੀ ਦਾ ਅੰਮ੍ਰਿਤ ਨਾਮ। ਇਸ ਕਰਕੇ ਕਹਿੰਦੇ ਹਰੀ ਦੀ ਸੇਵਾ ਸਾਡੇ ਕਰੋੜਾਂ ਹੀ ਅਪਰਾਧਾਂ ਨੂੰ ਕੱਟਣ ਵਾਲੀ ਹੈ, ਮਿਟਾਉਣ ਵਾਲੀ ਹੈ। ਚਰਨ ਕਮਲ ਜਾ ਕਾ ਮਨ ਰਾਪੈ, ਜਿਸ ਦਾ ਮਨ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਆਹਾ, ਜਿਸ ਦਾ ਮਨ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਰੰਗ ਵਿੱਚ ਰੰਗਿਆ ਗਿਆ ਹੈ। ਚਰਨ ਕਮਲ ਜਾਕਾ ਮਨ ਰਾਪੈ, ਰਾਪੈ ਦਾ ਮਤਲਬ ਰੰਗਣਾ। ਜਿਨ੍ਹਾਂ ਦਾ ਮਨ ਪਾਤਸ਼ਾਹ ਦੇ ਪਵਿੱਤਰ ਚਰਨ ਕਮਲਾਂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ, ਉਹਨਾਂ ਨੂੰ ਕੀ ਪ੍ਰਾਪਤ ਹੋਇਆ? ਕਿਹੋ ਜੀ ਬਰਕਤ ਵਾਹਿਗੁਰੂ ਨੇ ਉਹਨਾਂ ਨੂੰ ਪ੍ਰਦਾਨ ਕੀਤੀ, ਸੁਣੋ। ਸੋਗ ਅਗਨ ਤਿਸ ਜਨ ਨਾ ਵਿਆਪੈ, ਉਸ ਜਨ ਨੂੰ ਦੁੱਖਾਂ ਦੀ ਅੱਗ ਨਹੀਂ ਵਿਆਪਦੀ। ਸੋਗ ਅਗਨ, ਦੁੱਖਾਂ ਦੀ ਅੱਗ ਤਿਸ ਜਨ ਨੂੰ ਨਹੀਂ ਵਿਆਪਦੀ, ਉਹਨਾਂ ਸੇਵਕਾਂ ਨੂੰ ਨਹੀਂ ਵਿਆਪਦੀ ਜਿਹੜੀ ਇਹ ਦੁੱਖਾਂ ਦੀ ਅੱਗ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ। ਉਹ ਇਹਨਾਂ ਦੁੱਖਾਂ ਦੀਆਂ ਅੱਗ ਤੋਂ ਬਚ ਜਾਂਦੇ ਨੇ, ਨਿਰਵਿਰਤ ਹੋ ਜਾਂਦੇ ਹਨ। ਸਾਗਰ ਤਰਿਆ ਸਾਧੂ ਸੰਗੇ, ਸਾਧੂ ਜਨਾਂ ਦੇ ਸੰਗ ਦੁਆਰਾ ਆ ਜਿਹੜਾ ਸਾਗਰ ਹੈ, ਸੰਸਾਰ ਹੈ, ਇਹਦੇ ਤੋਂ ਤਰਿਆ ਜਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ। ਸੰਸਾਰ ਤੋਂ ਤਰਨ ਦਾ ਤਰੀਕਾ ਹੈ ਸਾਧ ਸੰਗਤ। ਸਾਧ ਸੰਗਤ ਕੀਤਿਆਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ। ਜਿਹੜੇ ਜਿਹੜੇ ਵੀ ਤਰੇ ਨੇ ਸਾਧ ਸੰਗਤ ਦੁਆਰਾ ਤਰੇ ਨੇ, ਜਿਨ੍ਹਾਂ ਨੂੰ ਕਿਸੇ ਮਹਾਂਪੁਰਸ਼ ਦਾ, ਸਾਧੂ ਦਾ ਸੰਗ ਪ੍ਰਾਪਤ ਹੋਇਆ। ਯਾਦ ਰੱਖਿਓ, ਭੇਖੀ ਵੀ ਬੜੇ ਨੇ ਪਰ ਸਾਧੂ ਵੀ ਬੇਨਤੀ ਨੇ। ਚੋਣ ਅਸੀਂ ਕਰਨੀ ਹੈ ਕਿ ਅਸੀਂ ਭੇਖੀਆਂ ਦੇ ਕੋਲ ਜਾਣਾ ਹੈ ਕਿ ਪੂਰਨ ਸਾਧੂ ਦੇ ਕੋਲ ਜਾਣਾ। ਕਈ ਵਾਰੀ ਭੇਖੀਆਂ ਨੂੰ ਹੀ ਅਸੀਂ ਸਮਝ ਲੈਨੇ ਆ ਪੂਰਨ ਹਨ, ਉੱਥੇ ਫੇਰ ਨਾ ਹਿਰਦੇ ਨੂੰ ਰੰਗ ਲੱਗਦਾ, ਨਾ ਉਹਨਾਂ ਦੇ ਸੰਗ ਦਾ ਕੋਈ ਲਾਭ ਪ੍ਰਾਪਤ ਹੁੰਦਾ। ਇਸ ਕਰਕੇ ਪੂਰਨ ਮਹਾਂਪੁਰਸ਼ਾਂ ਸਾਧੂਆਂ ਦੇ ਸੰਗ ਕਰਕੇ ਬੜੇ ਜੀਵ ਨੇ ਜਿਹੜੇ ਸੰਸਾਰ ਸਾਗਰ ਤੋਂ ਤਰੇ ਹਨ। ਨਿਰਭਉ ਨਾਮ ਜਪਹੁ ਹਰ ਰੰਗੇ, ਇਹ ਭਾਈ ਹਰੀ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਨਿਰਭਉ ਤੇ ਨਿਡਰ ਹੋ ਕੇ ਪਰਮੇਸ਼ਰ ਦਾ ਨਾਮ ਜਪੋ। ਨਿਡਰ ਹੋ ਕੇ, ਨਿਰਭਉ ਹੋ ਕੇ, ਨਿਰਖੌਫ ਹੋ ਕੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪੋ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਿਹੜੇ ਨਾਮ ਜਪਦੇ ਨੇ, ਪਰਾਇਆ ਧਨ ਚੋਰੀ ਕਰਨਾ ਇਹ ਬੜਾ ਵੱਡਾ ਪਾਪ ਹੈ। ਨਾਮ ਜਪਣ ਵਾਲੇ ਪਰਾਇਆ ਧਨ ਨਹੀਂ ਚੁਰਾਉਂਦੇ, ਨਹੀਂ ਤਾਂ ਪਰਾਏ ਤਨ ਤੇ ਪਰਾਏ ਧਨ ਤੇ ਸਭ ਦੀ ਅੱਖ ਹੁੰਦੀ। ਪਰ ਰੱਬ ਦੇ ਪਿਆਰੇ ਇਸ ਦੋਸ਼ ਤੋਂ ਬਚੇ ਰਹਿੰਦੇ ਜਿਹੜੇ ਨਾਮ ਜਪਦੇ। ਉਹ ਪਰਾਇਆ ਧਨ ਇਸ ਤਰ੍ਹਾਂ ਪਿਆ ਜੇ ਦਿਸ ਜਾਏ ਉਹਨਾਂ ਨੂੰ, ਏਦਾਂ ਸਮਝਦੇ ਆ ਜਿਵੇਂ ਕਾਂ ਨੇ ਵਿੱਠ ਕੀਤੀ ਹੋਵੇ। ਤੇ ਕਾਂ ਦੀ ਵਿੱਠ ਵੇਖ ਕੇ ਕਦੇ ਕਿਸੇ ਨੂੰ ਮਮਤਾ ਆਉਂਦੀ ਹੈ? ਕਾਂ ਦੀ ਵਿੱਠ ਵੇਖ ਕੇ ਕਿਸੇ ਨੂੰ ਲਗਾਵ ਤਾਂ ਨਹੀਂ ਆਉਂਦਾ ਉਸ ਵਿੱਠ ਨਾਲ। ਗੰਦ ਖਾਦਾ ਕਾਂ ਨੇ ਤੇ ਫਿਰ ਜਿਹੜੀ ਉਹਦੀ ਵਿਸਤਾ ਹੈ ਕਾਂ ਦੀ ਵਿੱਠ, ਉਹ ਕਿਤਨੀ ਗੰਦੀ ਹੁੰਦੀ ਹੈ। ਨਾਮ ਜਪਣ ਵਾਲੇ ਗੁਰਮੁਖ ਪਰਾਏ ਧਨ ਨੂੰ ਇਸ ਤਰ੍ਹਾਂ ਸਮਝਦੇ ਆ। ਉਹਦੀ ਪਕੜ ਨਹੀਂ ਹੁੰਦੀ ਉਹਨਾਂ ਨੂੰ।
ਉਹਦਾ ਤਿਆਗ ਕਰ ਦਿੰਦੇ ਆ। ਉਹਨਾਂ ਨੂੰ ਭਾਵੇਂ ਲੱਖਾਂ ਰੁਪਈਆ ਰਸਤੇ 'ਚ ਕਿਉਂ ਨਾ ਲੱਭ ਜਾਏ, ਉਸ ਨੂੰ ਚੁੱਕ ਕੇ ਉਹ ਇਮਾਨਦਾਰੀ ਨਾਲ ਜਿਸ ਦਾ ਹੁੰਦਾ ਉਹਦੇ ਕੋਲ ਪਹੁੰਚਾਉਣ ਦਾ ਯਤਨ ਕਰਦਾ ਹੈ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਇਹਦੇ ਤੋਂ ਇਲਾਵਾ ਹੋਰ ਜਿੰਨੇ ਪਾਪ ਨੇ ਉਹਨਾਂ ਪਾਪਾਂ ਕਰਕੇ ਉਹ ਨਾਮ ਜਪਣ ਵਾਲਾ ਗੁਰਮੁਖ ਗ੍ਰਸਿਆ ਨਹੀਂ ਜਾਂਦਾ। ਉਹ ਇਹ ਜਿੰਨੇ ਵੀ ਪਾਪ ਨੇ ਉਹਦੇ ਤੇ ਪ੍ਰਭਾਵ ਨਹੀਂ ਪਾਉਂਦੇ, ਉਹਦੇ ਤੇ ਆਪਣਾ ਅਸਰ ਨਹੀਂ ਪਾਉਂਦੇ। ਪਾਪਾਂ ਤੋਂ ਰਹਿਤ ਹੋ ਜਾਂਦਾ, ਉਹਦੀ ਪਾਪ ਕਰਮਾਂ ਤੋਂ ਰੱਤ ਜਿਹੜੀ ਆ ਉਹ ਦੂਰ ਹੋ ਜਾਂਦੀ ਹੈ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਪਰਾਏ ਧਨ ਦਾ ਦੋਸ਼, ਇਹਦੇ ਤੋਂ ਇਲਾਵਾ ਹੋਰ ਜਿੰਨੇ ਪਾਪ ਨੇ ਉਹ ਨਾਮ ਜਪਣ ਵਾਲੇ ਗੁਰਮੁਖਾਂ ਦੇ ਨੇੜੇ ਨਹੀਂ ਆਉਂਦੇ। ਯਮ ਜੰਦਾਰ ਨਾ ਆਵੇ ਨੇੜੇ, ਜਿਹੜੇ ਜਮ ਜਿੰਦ ਦੇ ਵੈਰੀ ਨੇ ਉਹ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ। ਨਾਮ ਜਪਣ ਵਾਲਿਆਂ ਦੇ ਜਮ ਨਹੀਂ ਆਉਂਦੇ ਉਹਨਾਂ ਦੇ ਪਾਸ। ਉਹ ਤਾਂ ਪਰਮੇਸ਼ਰ ਵਿੱਚ ਭੇਦ ਹੁੰਦੇ ਆ, ਸਰੀਰ ਤਿਆਗ ਕੇ ਨਿਰੰਕਾਰ ਵਿੱਚ ਜਿਉਂਦਿਆਂ ਜੀ ਵੀ ਇਹ ਭੇਦ ਤਨ ਤਿਆਗਣ ਤੋਂ ਬਾਅਦ ਵੀ ਫਿਰ ਭੇਦ ਹੋ ਜਾਂਦੇ। ਇਸ ਕਰਕੇ ਜਮ ਨਹੀਂ ਆਉਂਦੇ ਨਾਮ ਜਪਣ ਵਾਲਿਆਂ ਗੁਰਮੁਖਾਂ ਦੇ ਨੇੜੇ, ਜਿਹੜੇ ਸਾਹਿਬ ਦੇ ਰੰਗ ਵਿੱਚ ਰੰਗੇ ਹੋਏ ਨੇ। ਜਮ ਉਹਨਾਂ ਦਾ ਪ੍ਰਤਾਪ ਵੇਖ ਕੇ ਦੂਰ ਹੋ ਜਾਂਦੇ ਨੇ, ਛੱਡ ਕੇ ਚਲੇ ਜਾਂਦੇ ਨੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਤ੍ਰਿਸ਼ਨਾ ਦੀ, ਇਹ ਰੱਬ ਨੇ ਪ੍ਰਭੂ ਨੇ ਆਪ ਬੁਝਾਈ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਨਿਰੰਕਾਰ ਨੇ ਜਿਨ੍ਹਾਂ ਦੇ ਅੰਦਰੋਂ ਆਪ ਬੁਝਾਈ ਹੈ। ਨਾਨਕ ਉਧਰੇ ਪ੍ਰਭ ਸ਼ਰਨਾਈ, ਪ੍ਰਭੂ ਦੀ ਸ਼ਰਨ ਚ ਪੈ ਕੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਉਧਾਰ ਹੁੰਦਾ ਹੈ, ਉਹਨਾਂ ਦਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੁੰਦਾ ਹੈ। ਤਨਾਸਰੀ ਮਹਲਾ ਪੰਜਵਾ, ਰਾਗ ਤਨਾਸਰੀ ਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਦੇ ਹਨ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਜਿਨ੍ਹਾਂ ਨੇ ਸਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਸੱਚਾ ਭੋਜਨ ਖਾਧਾ ਹੈ, ਉਹਨਾਂ ਦੀ ਬੁੱਧੀ ਤ੍ਰਿਪਤ ਹੋ ਜਾਂਦੀ ਹੈ, ਉਹਨਾਂ ਦਾ ਮਨ ਤ੍ਰਿਪਤ ਹੋ ਜਾਂਦਾ ਹੈ। ਸੱਚਾ ਭੋਜਨ ਤਾਂ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਦੁਨਿਆਵੀ ਭੋਜਨ ਤਾਂ ਰੋਜ਼ ਖਾਂਦੇ ਆ ਫਿਰ ਭੁੱਖ ਲੱਗਦੀ ਆ, ਖਾਂਦੇ ਆ ਫਿਰ ਭੁੱਖ ਲੱਗਦੀ। ਜਿਹੜਾ ਇਹ ਸੱਚਾ ਭੋਜਨ ਹੈ ਨਾ, ਇਸ ਸੱਚੇ ਭੋਜਨ ਨੂੰ ਖਾ ਕੇ ਸदैवी ਤ੍ਰਿਪਤੀ ਬਣ ਜਾਂਦੀ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚਾ ਭੋਜਨ ਛਕ ਕੇ ਸदैवी ਕਾਲ ਲਈ ਤ੍ਰਿਪਤੀ ਬਣ ਜਾਂਦੀ ਹੈ। ਸਦਾ ਹੀ ਮਨ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਇਹ ਅੰਮ੍ਰਿਤ ਨਾਮ ਹੈ, ਇਹ ਸੱਚਾ ਭੋਜਨ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ, ਹਰ ਇੱਕ ਨੂੰ ਨਹੀਂ। ਇਹ ਪਾਵਨ ਪੰਕਤੀਆਂ ਦੀ ਵਿਆਖਿਆ ਬਹੁਤ ਸਾਲ ਪਹਿਲਾਂ ਗੁਰੂ ਘਰ ਦੇ ਇੱਕ ਮਹਾਨ ਅਨੰਨ ਸੇਵਕ ਗੁਰਮੁਖ ਪਿਆਰੇ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਜ਼ੁਬਾਨੀ ਸੁਣੇ ਸਨ। ਮੇਰੀ ਹਾਲੇ ਵੀ ਉਹ ਸਿਮਰਤੀ ਵਿੱਚ ਬੜਾ ਰੀਝ ਕੇ ਉਹਨਾਂ ਨੇ ਇਸ ਪੰਕਤੀ ਦਾ ਕੀਰਤਨ ਕੀਤਾ ਤੇ ਇਹਦੀ ਵਿਚਾਰ ਸੁਣਾਈ, ਵਿਆਖਿਆ ਸੁਣਾਈ। ਇਹ ਸੱਚਾ ਭੋਜਨ ਹੈ ਔਰ ਇਸ ਸੱਚੇ ਭੋਜਨ ਨੂੰ ਖਾ ਕੇ ਸੁਰਤ ਸਿਮਰਤੀ ਜਿਹੜੀ ਹੈ, ਸਾਡੀ ਬੁੱਧੀ ਹੈ, ਉਹ ਤ੍ਰਿਪਤ ਹੋ ਸਕਦੀ ਹੈ। ਵਰਨਾ ਤ੍ਰਿਸ਼ਨਾ ਦੀ ਅੱਗ ਐਸੀ ਹੈ, ਇਹਦੀਆਂ ਲਪਟਾਂ ਐਸੀਆਂ ਨੇ, ਇਹ ਕਦੇ ਬੁਝ ਨਹੀਂ ਸਕਦੀ, ਸ਼ਾਂਤ ਨਹੀਂ ਹੋ ਸਕਦੀ।
ਇਹ ਅੱਗੇ ਤੋਂ ਅੱਗੇ ਚਲਦੀ ਹੈ। ਪੁਰਾਤਨ ਸਮਿਆਂ ਦਾ ਸਮਾਂ ਸੀ। ਉਹਨਾਂ ਵੇਲਿਆਂ 'ਚ ਕੁਝ ਧਰਮੀ ਰਾਜੇ ਭੇਸ ਬਦਲ ਕੇ ਆਪਣੇ ਹੀ ਰਾਜ ਵਿੱਚ ਫਿਰਦੇ ਸੀ। ਸ਼ਾਮ ਨੂੰ ਰਾਤ ਬਰਾਤੇ ਵੇਖਣ ਲਈ ਕਿ ਮੇਰੀ ਪ੍ਰਜਾ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਤਾਂ ਨਹੀਂ। ਬਕਾਇਦਾ ਸ਼ੇਰੇ ਪੰਜਾਬ ਰਣਜੀਤ ਸਿੰਘ ਵੀ ਇਹ ਕੰਮ ਕਰਦੇ ਸੀ, ਰੂਪ ਵਟਾ ਕੇ ਭੇਸ ਬਦਲ ਕੇ ਫਿਰਨਾ। ਹੁਣ ਤਾਂ ਐਸ਼ੋ ਪ੍ਰਸਤੀਆਂ ਵਿੱਚ ਨੇ, ਤੇ ਐਸ਼ੋ ਪ੍ਰਸਤੀਆਂ ਵਿੱਚ ਜਿਹੜੇ ਆਲੇ ਦੁਆਲੇ ਕੰਨ ਲੱਗੇ ਹੁੰਦੇ ਆ, ਉਹਨਾਂ ਕੰਨਾਂ ਰਾਹੀਂ ਸੁਣਨਾ ਹੁੰਦਾ। ਕੰਨ ਕਿਹੜੇ ਨੇ? ਚਾਪਲੂਸਾਂ ਦੇ, ਨੰਬਰ ਬਣਾਉਣ ਵਾਲਿਆਂ ਦੇ। ਅਸਲੀ ਧਰਤੀ ਦੇ ਉੱਤੇ ਗਰਾਊਂਡ ਲੈਵਲ ਦੇ ਉੱਤੇ ਕੀ ਹਾਲਾਤ ਨੇ ਲੋਕਾਂ ਦੇ, ਉਹ ਉਹਨਾਂ ਤੱਕ ਨਹੀਂ ਪਹੁੰਚਦੇ। ਨੰਬਰ ਬਣਾਉਣ ਲਈ ਜੋ ਹੁੰਦਾ ਹੈ, ਹੋਰ ਦਾ ਹੋਰ ਸੁਣਾਉਣਾ ਜਾ ਕੇ। ਧਰਮੀ ਰਾਜੇ ਬਕਾਇਦਾ ਫਿਰਿਆ ਕਰਦੇ ਲੋਕਾਂ ਵਿੱਚ, ਲੋਕਾਂ ਦੀਆਂ ਤਕਲੀਫਾਂ ਨੂੰ ਜਾਣਿਆ ਕਰਦੇ, ਕੀ ਬੋਲਦੇ ਨੇ ਲੋਕ। ਸੁਣਿਆ ਇੱਕ ਪੰਡਤ ਆਪਣੀ ਪੰਡਤਾਣੀ ਨਾਲ ਗੱਲ ਕਰ ਰਿਹਾ। ਧੀ ਦੀ ਸ਼ਾਦੀ ਹੈ, 500 ਰੁਪਈਆ ਹੋਵੇ, ਵਧੀਆ ਵਿਆਹ ਹੋ ਸਕਦਾ, ਕੰਨਿਆਦਾਨ ਹੋ ਸਕਦਾ, ਕੀ ਕਰੀਏ? ਵਿਆਹ ਦਾ ਦਿਨ ਨੇੜੇ ਆ ਰਿਹਾ, ਪ੍ਰਬੰਧ ਨਹੀਂ ਹੈ। ਰਾਜੇ ਨੇ ਸੁਣਿਆ, ਮਹਿਲਾਂ 'ਚ ਚਲਿਆ ਗਿਆ। ਦਿਨ ਹੋਇਆ, ਪੰਡਤ ਨੂੰ ਸੱਦ ਲਿਆ। ਆਖਿਆ, ਪੰਡਤ ਜੀ, ਸ਼ਾਮ ਦੇ ਸੂਰਜ ਛੁਪਣ ਤੋਂ ਪਹਿਲਾਂ ਪਹਿਲਾਂ ਜਿੰਨਾ ਖਜ਼ਾਨਾ ਲਿਜਾਣਾ ਚਾਹੁੰਦੇ ਹੋ ਲੈ ਜਾਓ। ਇਹ ਵੀ ਇੱਕ ਪ੍ਰਕਾਰ ਦਾ ਸੰਕਲਪ ਸੀ ਵੀ ਜਿਹੜਾ ਮਨੁੱਖ ਕਹਿੰਦਾ ਸੀ ਵੀ ਕੇਵਲ 500 ਰੁਪਏ 'ਚ ਗੁਜ਼ਾਰਾ ਹੋ ਸਕਦਾ, ਕਿ ਉੱਥੇ ਤੱਕ ਉਹ ਸੀਮਤ ਹੈ। ਉਹ ਆਖੇ, ਨਹੀਂ ਜੀ, ਮੈਨੂੰ ਕੇਵਲ 500 ਚਾਹੀਦਾ। ਘੱਟੋ ਘੱਟ ਪ੍ਰਜਾ ਵਿੱਚ ਵੀ ਤਾਂ ਸੰਤੁਸ਼ਟੀ ਚਾਹੀਦੀ ਹੈ। ਜੇ ਰਾਜਾ ਉਦਾਰ ਹੋਵੇ, ਪ੍ਰਜਾ ਵੀ ਤਾਂ ਫਿਰ ਸੰਤੁਸ਼ਟ ਹੋਣੀ ਚਾਹੀਦੀ ਹੈ ਨਾ। ਪੰਡਤ ਨੇ ਆਖਿਆ, ਠੀਕ। ਖਜ਼ਾਨੇ ਖੋਲ ਦਿੱਤੇ ਗਏ। ਸਵੇਰੇ ਇੱਕ ਪੰਡ ਚੁੱਕੀ ਘਰ ਸੁੱਟ ਆਇਆ, ਭੱਜ ਕੇ ਆਇਆ, ਦੂਜੀ ਪੰਡ, ਤੀਜੀ ਪੰਡ, ਸ਼ਾਮ ਤੱਕ ਢੋਂਦਾ ਹੀ ਰਿਹਾ। ਸੂਰਜ ਛੁਪਣ ਵਾਲਾ ਸੀ। ਸੋਚਿਆ ਵੀ ਜਦੋਂ ਦੁਬਾਰਾ ਆਵਾਂਗਾ ਤੇ ਸੂਰਜ ਛੁਪ ਜਾਣਾ। 2 ਪੰਡਾਂ ਭਰ ਕੇ ਪਹਿਲਾਂ ਹੀ ਰੱਖ ਲਈਆਂ ਬਾਹਰ, ਇੱਕ ਸਿਰ ਤੇ ਚੁੱਕ ਲਈ ਵੀ ਇੱਕ ਬਾਅਦ ਵਿੱਚ ਲੈ ਜਾਵਾਂਗਾ, ਕਿਉਂਕਿ ਸੂਰਜ ਛੁਪ ਜਾਣਾ, ਫਿਰ ਇਹਨਾਂ ਨੂੰ ਅੰਦਰੋਂ ਚੁੱਕਣ ਨਹੀਂ ਦੇਣੇ। ਜਦੋਂ ਆਇਆ ਤੇ ਦੂਸਰੀ ਪੰਡ ਚੁੱਕਣ ਲਈ ਜਿਹੜੀ ਭਰ ਕੇ ਰੱਖ ਗਿਆ ਸੀ, ਉਦੋਂ ਸੂਰਜ ਛੁਪ ਚੁੱਕਾ ਸੀ। ਪਹਿਰੇਦਾਰ ਨੇ ਰੋਕ ਦਿੱਤਾ ਵੀ ਹੁਣ ਨਹੀਂ, ਬਾਦਸ਼ਾਹ ਦਾ ਹੁਕਮ ਹੈ। ਕਹਿੰਦਾ, ਨਹੀਂ, ਇਹ ਤਾਂ ਮੈਂ ਸੂਰਜ ਛੁਪਣ ਤੋਂ ਪਹਿਲਾਂ ਰੱਖੀ ਸੀ ਇੱਥੇ। ਉਹ ਕਹਿੰਦੇ, ਜੋ ਮਰਜ਼ੀ ਹੈ, ਪਰ ਹੁਣ ਸੂਰਜ ਛੁਪ ਚੁੱਕਾ ਹੈ, ਹੁਣ ਨਹੀਂ ਤੂੰ ਲਿਜਾ ਸਕਦਾ। ਤੂੰ ਮੈਂ ਵੱਧ ਗਈ, ਬਹਿਸਬਾਜ਼ੀ ਵੱਧ ਗਈ ਵੀ ਮੈਂ ਤਾਂ ਸੂਰਜ ਛਿਪਣ ਤੋਂ ਪਹਿਲਾਂ ਰੱਖੀ ਸੀ। ਉਹ ਕਹੇ, ਤੂੰ ਰੱਖੀ ਸੀ ਸੂਰਜ ਛਿਪਣ ਤੋਂ ਪਹਿਲਾਂ, ਪਰ ਹੁਣ ਸੂਰਜ ਛਪ ਗਿਆ, ਨਹੀਂ ਲਿਜਾ ਸਕਦਾ। ਰਾਜੇ ਕੋਲ ਮਸਲਾ ਪਹੁੰਚਿਆ। ਰਾਜੇ ਨੇ ਆਖਿਆ, ਪੰਡਤ ਜੀ, ਰਾਤੀ ਤਾਂ ਕਹਿ ਰਹੇ ਸੀ ਕੇਵਲ 500 ਰੁਪਈਆ ਮਿਲ ਜੇ ਤੇ ਆਪਣਾ ਕੰਮ ਸਵਰ ਸਕਦਾ, ਲੱਖਾਂ ਵੀ ਲਿਜਾ ਕੇ ਮਨ ਰੱਜਿਆ ਨਹੀਂ, ਸੰਤੁਸ਼ਟ ਨਹੀਂ ਹੋਇਆ। ਇਹ ਤ੍ਰਿਸ਼ਨਾ ਹੈ, ਕਦੇ ਨਹੀਂ ਬੁਝਦੀ। ਸੱਚਾ ਭੋਜਨ ਅੰਮ੍ਰਿਤ ਨਾਮ ਦਾ ਹਿਰਦੇ ਨੂੰ ਸੰਤੁਸ਼ਟ ਕਰਦਾ ਹੈ। ਹਾਂਜੀ। ਮਨ ਤਨ ਰਸਨਾ ਨਾਮ ਧਿਆਇਆ। ਮੈਂ ਮਨ ਕਰਕੇ ਔਰ ਤਨ ਕਰਕੇ ਆਪਣੀ ਰਸਨਾ ਨਾਲ
ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹਾਂ। ਜੀਵਨਾ ਹਰ ਜੀਵਨਾ, ਇਹ ਭਾਈ ਹਰੀ ਪਰਮੇਸ਼ਰ ਦੇ ਨਾਮ ਨੂੰ ਹੀ ਜਪ ਕੇ ਜੀਵਣਾ ਹੈ। ਜੀਵਨ ਹਰ ਜਪ ਸਾਧ ਸੰਗ, ਸਾਧ ਸੰਗਤ ਵਿੱਚ ਆ ਕੇ ਹਰੀ ਨੂੰ ਜਪ ਕੇ ਹੀ ਅਸਲ ਵਿੱਚ ਜੀਵਨ ਦੀ ਪ੍ਰਾਪਤੀ ਹੁੰਦੀ, ਇਹੀ ਅਸਲ ਜੀਵਨ ਹੈ। ਰਹਾਉ ਅਨਕ ਪ੍ਰਕਾਰੀ ਵਸਤਰ ਓਟਾਏ, ਅਨੇਕਾਂ ਪ੍ਰਕਾਰ ਦੇ ਸੋਹਣੇ ਵਸਤਰ ਪਹਿਨਣੇ ਮੇਰੇ ਲਈ ਇਹੀ ਹਨ। ਕਿਹੜੇ ਦੱਸਦੇ ਨੇ? ਅਨ ਦਿਨ ਕੀਰਤਨ ਹਰ ਗੁਣ ਗਾਏ, ਰਾਤ ਦਿਨ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਗਾਉਣਾ, ਇਹ ਮੇਰੇ ਲਈ ਬ੍ਰਾਂਡਡ ਕੱਪੜੇ ਨੇ, ਵਧੀਆ ਕੀਮਤੀ। ਕਿ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰਾਤ ਦਿਨ ਕੀਰਤਨ ਕਰਨਾ ਔਰ ਉਹਦੇ ਗੁਣ ਗਾਉਣੇ। ਹਸਤੇ ਰਥ ਅਸ ਅਸਵਾਰੀ, ਮੇਰੇ ਲਈ ਸੋਹਣੇ ਹਾਥੀਆਂ ਦੀ ਸਵਾਰੀ, ਰਥਾਂ ਦੀ ਸਵਾਰੀ, ਘੋੜਿਆਂ ਦੀ ਸਵਾਰੀ ਇਹੀ ਹੈ। ਕਿਹੜੀ ਦੱਸਦੇ ਨੇ? ਹਰ ਕਾ ਮਾਰਗ ਹਿਰਦੈ ਨਿਹਾਰੀ, ਮੈਂ ਹਰੀ ਦੇ ਦੱਸੇ ਰਾਹ ਦੇ ਉੱਤੇ ਚੱਲ ਕੇ ਉਸ ਰਸਤੇ ਦਾ ਪਾਂਧੀ ਬਣਾ, ਮੇਰੇ ਲਈ ਇਹੀ ਹਾਥੀ ਦੀ ਸਵਾਰੀ ਹੈ, ਰਥਾਂ ਦੀ ਸਵਾਰੀ ਹੈ ਤੇ ਘੋੜਿਆਂ ਦੀ ਸਵਾਰੀ ਹੈ। ਪ੍ਰੀਤ ਲੱਗੀ ਹਰ ਨਾਮ ਸਿਉ, ਇਹ ਹਸਤੀ ਘੋੜੇ, ਪ੍ਰੀਤ ਲੱਗੀ ਹਰ ਨਾਮ ਸਿਉ, ਇਹ ਹਸਤੀ ਘੋੜੇ, ਮੇਰੇ ਲਈ ਹਾਥੀ ਘੋੜੇ ਵਾਹਿਗੁਰੂ ਪਰਮੇਸ਼ਰ ਦਾ ਦੱਸਿਆ ਰਾਹ ਹੈ। ਮਨ ਤਨ ਅੰਤਰ ਚਰਨ ਤੇ ਆਇਆ, ਮਨ ਕਰਕੇ ਤਨ ਕਰਕੇ ਮੈਂ ਅੰਦਰੋਂ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਧਿਆਉਂਦਾ ਹਾਂ, ਆਰਾਧਦਾ ਹਾਂ। ਹਰ ਸੁਖ ਨਿਦਾਨ ਨਾਨਕ ਦਾਸ ਪਾਇਆ, ਮਹਾਰਾਜ ਜੀ ਕਹਿੰਦੇ ਜੋ ਹਰੀ ਵਾਹਿਗੁਰੂ ਸੁੱਖਾਂ ਦਾ ਨਿਧਾਨ ਖਜ਼ਾਨਾ, ਉਹ ਮੈਂ ਦਾਸ ਨੇ ਵਾਹਿਗੁਰੂ ਪਾਸੋਂ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਵਿੱਤਰ ਪਾਵਨ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਵਾਹਿਗੁਰੂ 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 ਵਾਹਿਗੁਰੂ। ਸਾਗਰ ਤਰਿਆ ਸਾਧੂ ਸੰਗੇ, ਸਾਗਰ ਤਰਿਆ ਸਾਧੂ ਸੰਗੇ, ਸਾਗਰ ਤਰਿਆ ਸਾਧੂ ਸੰਗੇ, ਸਾਗਰ ਤਰਿਆ ਸਾਧੂ ਸੰਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।